ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਜਿਸਟਰ ਦੀ ਐਂਟਰੀ ਸਾਰੀ ਤੁਹਾਡੇ ਕੋਲ ਹੁੰਦੀ ਹੈ? ਹਾਂਜੀ ਹਾਂਜੀ। ਆ ਲਓ ਬਾਈ, ਆ ਲਓ ਜੀ। ਫੋਨ ਕਰਾਇਆ ਬਾਈ ਨੇ ਤੇ ਉਹ ਆਈਡੀ ਕਾਰਡ ਫੜ ਲਿਆ। ਨਹੀਂ ਬਾਈ ਜੀ, ਸਾਡੇ ਸਾਹਮਣੇ ਤਾਂ ਫੋਨ ਕਰਾਇਆ ਭਰਾਵਾ। ਉਹ ਉੱਧਰ ਜਾ ਕੇ ਫੋਨ ਸੁਣ ਕੇ ਆਇਆ। ਐਡੀ ਗੱਲ ਨਹੀਂ ਬਾਈ, ਇਹੀ ਇਹਨਾਂ ਕੰਮਾਂ 'ਚ ਹੀ ਰਹਿਣੇ ਆ ਰੋਜ਼ ਹੀ ਬਾਈ, ਰੋਜ਼ ਇਹਨਾਂ ਕੰਮਾਂ 'ਚ ਰਹਿਣੇ ਆ ਭਰਾਵਾ। ਐਡੀ ਗੱਲ ਨਹੀਂ। ਜੇ ਤੂੰ ਇੱਥੇ ਮੁਲਾਜ਼ਮ ਹੈ, ਅਸੀਂ ਵੀ ਪੰਜਾਬ 'ਚ ਹੀ ਫਿਰਦੇ ਹਾਂ ਸਾਰਾ ਦਿਨ ਪੰਜਾਬ। ਬਾਈ ਮੈਨੂੰ ਪਤਾ ਹੀ ਨਹੀਂ, ਉੱਥੇ ਖੜ ਕੇ ਦਾ ਯਾਰ ਫੋਨ ਕਰਾਇਆ। ਸਾਹਮਣੇ ਸਰਿਆਮ ਗੁੰਡਾ ਕਰਦੀਆਂ ਕਰੀ ਜਾਂਦੇ ਹੋ ਯਾਰ ਗੁਰੂ ਘਰਾਂ 'ਚ। IGPC ਤੋਂ ਕਿਸੇ ਤੋਂ ਫੋਨ ਕਰਾ, ਲੀਡਰ ਤੋਂ ਕਰਾ, ਤਾਂ ਠਾਹ ਦੇ ਦਿੰਦੇ ਹੋ ਯਾਰ। ਆਮ ਜਨਤਾ ਜਿਹੜੀ, ਉਹਨਾਂ ਦਾ ਕੀ ਬਣੂਗਾ ਬਾਈ? ਸ਼ਰਿਆਮ ਯਾਰ ਗੁੰਡਾ ਕਰਦੀਆਂ। ਆ ਸ਼ਰਿਆਮ ਰੂਮ ਦਿੱਤਾ ਬਾਈ, ਦੇਖ ਸਕਦੇ ਹੋ ਤੁਸੀਂ। ਆ ਹਾਲਾਤ ਰਹਿ ਗਏ ਸਾਡੇ ਗੁਰੂ ਘਰਾਂ 'ਚ। ਸਾਡੇ ਅੱਜ ਆ ਇਦਾਂ ਦੇ ਬੈਠੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਜਿਸਟਰ ਦੀ ਐਂਟਰੀ ਸਾਰੀ ਤੁਹਾਡੇ ਕੋਲ ਹੁੰਦੀ ਹੈ? ਹਾਂਜੀ ਹਾਂਜੀ। ਠੀਕ ਹੈ। ਅੱਛਾ, ਰਾਤ ਇੱਕ ਸੀਗਾ ਮਸਲਾ ਆਇਆ ਹਾਂਜੀ ਵੀ ਉਹਦੇ ਵਿੱਚ ਕਹਿੰਦੇ ਸੀ ਕਿ ਉਹਨਾਂ ਨੂੰ ਕਮਰਾ ਨਹੀਂ ਮਿਲਿਆ, ਅੱਛਾ ਜੀ। ਤੇ ਉਹ ਤੁਸੀਂ ਰਜਿਸਟਰ ਦਿਖਾਓਗੇ ਵੀ ਰਾਤ ਕਿੰਨੇ ਕਮਰੇ ਤੁਸੀਂ ਦਿੱਤੇ ਆ? ਹਾਂਜੀ ਦਿਖਾ ਦਿੰਦੇ ਹਾਂ। ਇਹ ਸਾਰੇ 22 ਤਰੀਕ ਵਾਲੇ ਨੇ? ਹਾਂਜੀ ਇਹ ਬਾਈ ਵਾਲੇ ਕੱਲ ਵਾਲੇ। ਹਾਂਜੀ ਆ ਦਿਖਾਓ ਕੈਮਰੇ ਤੇ ਵੀ ਆ 22 ਤਰੀਕ ਵਾਲੇ ਨੇ। ਇਹ ਇੱਥੋਂ ਹੀ ਸ਼ੁਰੂ ਹੁੰਦਾ ਰਜਿਸਟਰ? ਇੱਥੇ ਇੱਕ ਨੰਬਰ ਤੇ ਅੱਛਾ। ਇੱਥੋਂ ਨਾ ਪਹਿਲੇ ਇੱਥੇ ਪਾਇਆ। ਅੱਛਾ, ਉਹ ਇੱਧਰ ਪੁਰਾਣਾ ਵੀ ਹੈਗਾ ਰਜਿਸਟਰ। ਹਾਂਜੀ ਇਹ ਵੀ 22 ਤਰੀਕ ਹੈ? ਹਾਂ ਇੱਥੋਂ ਸ਼ੁਰੂ। ਠੀਕ। ਸੋ ਇਹ ਆਪਾਂ ਦੇਖ ਸਕਦੇ ਹਾਂ ਕਿ ਇਹ ਸਾਰਾ 22 ਤਰੀਕ ਦੀਆਂ ਐਂਟਰੀਆਂ ਨੇ, ਜਿਹੜੀਆਂ ਕਿ 2:30 ਵਜੇ ਸਵੇਰ ਤੋਂ, ਜਿਹੜਾ ਅੰਮ੍ਰਿਤ ਵੇਲਾ ਹੁੰਦਾ 2:30 ਵਜੇ, 22 ਤਰੀਕ ਤੋਂ ਜਿਹੜੇ ਲੱਗਣੇ ਸ਼ੁਰੂ ਹੋ ਜਾਂਦੇ ਨੇ। ਤੇ ਇਹ ਆਪਾਂ ਕਾਫੀ ਗਿਣਤੀ ਦੇ ਵਿੱਚ ਨੇ ਹਨਾ, ਇਹ ਕਮਰੇ ਜਿਹੜੇ ਤੁਸੀਂ ਦਿੱਤੇ ਨੇ 22 ਤਰੀਕ। ਹਾਂਜੀ ਹਾਂਜੀ। ਠੀਕ। ਇਹ ਸਾਰੇ 22 ਤਰੀਕ ਦੇ ਨੇ? ਇਹ ਬਾਈ ਦੇ ਕੁਛ ਇਧਰ ਨਵਾਂ ਰਜਿਸਟਰ ਸ਼ੁਰੂ ਹੋ ਜਾਂਦਾ। ਇਹ ਕਿੱਥੋਂ ਸ਼ੁਰੂ ਹੁੰਦਾ ਨਵਾਂ ਰਜਿਸਟਰ? ਇੱਥੋਂ ਹੁੰਦਾ ਇੱਥੋਂ ਹੀ ਹੋ ਰਿਹਾ 22 ਤਰੀਕ। ਹਾਂਜੀ। ਠੀਕ। ਇਹ ਕਿੱਥੇ ਤੱਕ ਜਾਂਦਾ ਹੈਗਾ? ਇਹ 8:50 ਤੱਕ ਜਾਂਦਾ ਜੀ। ਇਹ ਕੱਲ ਰਾਤ ਦਾ 8:50? ਹਾਂਜੀ ਹਾਂਜੀ। ਠੀਕ ਹੈ। ਤੇ 8:50 ਤੋਂ ਬਾਅਦ ਇਹ 6:30 ਵਜੇ ਸਵੇਰੇ? ਸਵੇਰੇ ਆਉਂਦੇ। ਇਹ 23 ਤਰੀਕ ਦਾ? ਹਾਂਜੀ ਇਹ 23 ਤੋਂ ਸ਼ੁਰੂ। 8:50 ਤੋਂ ਬਾਅਦ ਤੁਸੀਂ ਕੋਈ ਕਮਰਾ ਨਹੀਂ ਦਿੱਤਾ ਹੈਗਾ? ਹਾਂਜੀ ਨਹੀਂ। ਨਹੀਂ 8:50 ਤੋਂ ਬਾਅਦ ਨਹੀਂ ਐਂਟਰੀ ਕੋਈ ਐਂਟਰੀ ਨਹੀਂ ਹੋਈ। ਇੰਚਾਰਜ ਸਾਹਿਬ ਤੁਸੀਂ ਦੱਸਿਓ ਕਿ 8:50 ਤੋਂ ਬਾਅਦ ਹੈ ਜਿਹੜਾ ਉਹ ਕਮਰਾ ਨਹੀਂ ਦਿੱਤਾ ਜਾਂਦਾ ਕਿਸੇ ਨੂੰ? ਨਹੀਂ, ਕਮਰਾ ਵੇਖੋ ਜੀ ਸੰਗਤ ਦੇ ਹਿਸਾਬ ਨਾਲ, ਜਿੰਨਾ ਕੁ ਸੰਗਤ ਹੁੰਦੀ ਹੈ ਜ਼ਿਆਦਾ, ਉਸੇ ਹਿਸਾਬ ਨਾਲ ਜਿਹੜੇ ਉਹ ਕਮਰੇ ਲੱਗਦੇ ਆ। ਜੇ ਸੰਗਤ ਜ਼ਿਆਦਾ ਹੋਵੇ, ਕਈ ਵਾਰ ਕਮਰੇ ਜਿਹੜੇ ਉਹ 6 7 8 ਵਜੇ ਵੀ ਜਿਹੜੇ ਉਹ ਸਮਾਪਤ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਤੇ ਜੇ ਸੰਗਤ ਘੱਟ ਹੋਵੇ, ਕਮਰੇ ਜਿਹੜੇ ਸਾਡੇ ਕੋਲ ਕਈ ਵਾਰ ਖਾਲੀ ਵੀ ਰਹਿ ਜਾਂਦੇ ਨੇ। ਜਿਵੇਂ ਹੁਣ ਛੁੱਟੀਆਂ ਚੱਲ ਰਹੀਆਂ ਪਿਛਲੇ ਲਗਭਗ 10 ਦਿਨ ਤੋਂ, ਬੱਚਿਆਂ ਦੀਆਂ ਛੁੱਟੀਆਂ, ਸੰਗਤ ਜਿਹੜੀ ਆਮਦ ਬਹੁਤ ਜ਼ਿਆਦਾ ਵਧੀ ਆ। ਤੇ ਜਿਹੜੀ ਆਨਲਾਈਨ ਸਾਡੇ ਕੋਲ ਜਿਹੜੇ ਕਮਰੇ ਹੁੰਦੇ ਨੇ, ਉਹ ਰਾਤ ਕੋਈ 12 ਵਜੇ ਵੀ ਆ ਜੇ, 1 ਵਜੇ ਵੀ ਆ ਜੇ, ਜਾਂ ਮਾਰਨਿੰਗ 6 ਵਜੇ ਵੀ ਆ ਜੇ, ਉਹਨਾਂ ਦੀਆਂ ਜਿਹੜੀਆਂ ਚਾਬੀਆਂ ਅਸੀਂ ਵੱਖਰੀਆਂ ਰੱਖ ਦਿੰਦੇ, ਕਿਉਂਕਿ ਉਹ ਸੰਗਤ ਨੇ 15 ਦਿਨ ਪਹਿਲਾਂ ਸਾਡੇ ਕੋਲ ਆਨਲਾਈਨ ਬੁੱਕ ਕਰਾਈ ਹੁੰਦੀ ਆ। ਉਹਦੀਆਂ ਜਿਹੜੀਆਂ ਚਾਬੀਆਂ ਉਹ ਸਾਡੇ ਕੋਲ ਵੱਖਰੀਆਂ ਰੱਖੀਆਂ, ਕਿਉਂਕਿ 15 ਦਿਨ ਪਹਿਲਾਂ ਜਦੋਂ ਆਨਲਾਈਨ ਕਰਾਉਂਦੇ ਨੇ, ਸਾਡੇ ਕੋਲ ਉਹਨਾਂ ਦੀ ਪੇਮੈਂਟ ਵੀ 15 ਦਿਨ ਪਹਿਲਾਂ ਆ ਜਾਂਦੀ ਆ। ਉਹ ਜਿਹੜੀ ਉਹਨਾਂ ਦੀ ਕਨਫਰਮ ਹੁੰਦੀ ਆ ਬੁਕਿੰਗ। ਤੇ ਤੁਸੀਂ ਇਹ 8:50 ਤੋਂ ਬਾਅਦ ਇੱਕ ਕੱਲ ਸੱਜਣ ਲਾਈਵ ਹੋਏ ਸੀਗੇ, ਤੇ ਉਹ ਕਹਿੰਦੇ ਵੀ ਸਾਨੂੰ ਰੂਮ ਨਹੀਂ ਮਿਲਿਆ ਹੈਗਾ, ਤੇ ਉਹ 8:50 ਤੋਂ ਪਹਿਲਾਂ ਸੀ ਕਿ ਬਾਅਦ ਸੀਗਾ? ਹਾਂ, ਕੱਲ ਰਾਤ 22 ਤਰੀਕ ਨੂੰ ਜਿਹੜਾ ਲਾਸਟ ਕਮਰਾ ਸੀ, ਉਹ ਰਜਿਸਟਰ ਤੇ ਜਿਹੜਾ ਟਾਈਮਿੰਗ ਆ ਉਸ ਅਸੀਂ ਉਸੇ ਟਾਈਮ ਪਾਉਣੇ ਆ 8:50 ਦਾ ਸੀ। ਉਸ ਤੋਂ ਬਾਅਦ ਜਿਹੜਾ ਕਮਰਾ ਕੋਈ ਨਹੀਂ ਦਿੱਤਾ ਗਿਆ। ਜਿਹੜੇ ਆਨਲਾਈਨ ਸੀ ਉਸ ਤੋਂ ਲੇਟ ਵੀ ਸਾਡੇ ਕੋਲ ਆਏ, ਉਹਨਾਂ ਦੀਆਂ ਜਿਹੜੀਆਂ ਚਾਬੀਆਂ ਸੀ ਜਾਂ ਜਿਹੜੇ ਉਹਨਾਂ ਦੇ ਕਾਰਡ ਸੀ ਕਮਰਿਆਂ ਦੇ, ਉਹ ਵੱਖਰੇ ਸਾਡੇ ਕੋਲ ਸੰਭਾਲ ਕੇ ਰੱਖੇ ਹੋਏਗੇ, ਕਿਉਂਕਿ ਉਹ ਕਮਰੇ ਸਾਨੂੰ ਰੱਖਣੇ ਪੈਂਦੇ ਨੇ ਸੰਗਤ ਦੀ ਆਮਦ। ਉਹ ਤੁਸੀਂ ਸਵੇਰੇ ਦਿੱਤਾ 6:30 ਵਜੇ ਹੈ ਨਾ? ਨਹੀਂ, ਉਹ ਕਮਰੇ ਜਿਹੜੇ ਆਨਲਾਈਨ ਲਿਸਟ ਵੱਖਰੀ, ਜਿਹੜੇ 6:30 ਵਜੇ ਸਵੇਰੇ ਅੰਮ੍ਰਿਤ ਵੇਲੇ ਅੱਜ ਲੱਗੇ ਕਮਰੇ, ਇਹ ਜਿਹੜੇ ਸਵੇਰੇ ਖਾਲੀ ਹੋ ਗਏ ਸੀ ਕਮਰੇ, ਜਿਹੜੀ ਸਾਡੇ ਕੋਲ ਸਵੇਰ ਸੰਗਤ ਆਈ ਆ, ਉਹ ਸਾਨੂੰ ਆਣ ਕੇ ਪੁੱਛਿਆ ਕਮਰਾ ਚਾਹੀਦਾ ਵਾ, ਉਹ ਜਿਹੜੇ ਸਵੇਰੇ ਖਾਲੀ ਹੋਏ ਸੀ ਉਹ ਕਮਰੇ ਅਸੀਂ ਉਸੇ ਵੇਲੇ ਸਾਫ਼ ਕਰਾ ਕੇ ਉਹਨਾਂ ਨੂੰ ਇਸ਼ੂ ਕਰ ਦਿੱਤੇ ਗਏ ਆ। ਆਨਲਾਈਨ ਵਾਲਾ ਰਜਿਸਟਰ ਅਲੱਗ ਹੈ? ਹਾਂਜੀ, ਆਨਲਾਈਨ ਵਾਲਾ ਰਜਿਸਟਰ ਅਲੱਗ ਆ। ਹਾਂਜੀ, ਉਹਦੀ ਬੁਕਿੰਗ ਅਲੱਗ ਹੁੰਦੀ ਆ। ਮੈਂ ਸੁਖਵਿੰਦਰ ਸਿੰਘ ਗਾਜ਼ੀਆਬਾਦ ਤੋਂ ਆਏ ਹਾਂ। ਅਸੀਂ 21 ਤਰੀਕ ਅਸੀਂ ਆਏ ਸੀਗੇ। ਹਾਂਜੀ, ਸਾਰੀ ਫੈਮਿਲੀ, ਮੰਮੀ ਡੈਡੀ ਵਾਈਫ ਬੱਚੇ ਨੇ ਨਾਲ। ਅਸੀਂ ਇੱਥੇ ਆ ਕੇ ਰਿਕੁਐਸਟ ਕੀਤੀ, ਫਿਰ ਸਾਨੂੰ ਫੈਮਿਲੀ ਦੇਖਦੇ ਕਮਰਾ ਸਾਨੂੰ ਮਿਲ ਗਏ ਸੀਗੇ। ਤੁਹਾਨੂੰ ਜਿਹੜਾ ਰੂਮ ਹੈ ਉਹ ਕਿਵੇਂ ਮਿਲਿਆ ਸੀਗਾ? ਆਨਲਾਈਨ ਬੁਕਿੰਗ? ਨਹੀਂ ਮੈਂ ਆਨਲਾਈਨ ਇੱਥੇ ਆ ਕੇ ਮੈਂ ਰਿਕੁਐਸਟ ਕੀਤੀ, ਆਨਲਾਈਨ ਨਹੀਂ ਕਰਾ ਪਾਇਆ ਸੀਗਾ। ਹਾਂਜੀ, ਸਾਨੂੰ ਮਿਲਿਆ, ਉਹਨਾਂ ਨੇ ਕਿਹਾ ਮਿਲ ਜਾਏਗਾ ਤੁਹਾਨੂੰ। ਫਿਰ ਥੋੜੀ ਦੇਰ ਵੇਟ ਕੀਤਾ, ਸਾਨੂੰ ਰੂਮ ਮਿਲ ਗਿਆ ਸੀਗਾ। ਹਾਂਜੀ। ਇਤਰਾਜ਼ ਹੁੰਦਾ ਵੀ ਉਹਨਾਂ ਨੂੰ ਰੂਮ ਹੈ ਜਿਹੜੇ ਨਹੀਂ ਮਿਲਦੇ ਹੈਗੇ। ਹਾਂਜੀ। ਤੇ ਤੁਹਾਨੂੰ ਕਿਵੇਂ ਮਿਲ ਗਿਆ ਫਿਰ? ਨਹੀਂ, ਕਈ ਵਾਰ ਦੇਖੋ ਜੀ, ਜਿੱਦਾਂ ਹੁਣ ਪੇਰੈਂਟਸ ਨਾਲ ਆਇਆ, ਲੋੜਮੰਦ ਦਾ ਪਤਾ ਚੱਲ ਜਾਂਦਾ ਹੈ। ਰਿਕੁਐਸਟ ਕੀਤੀ ਅਸੀਂ ਕਿ ਬਈ ਆਏ ਹੋਏ ਹਾਂ ਦਰਸ਼ਨ ਕਰਨ ਲਈ, ਜ਼ਿਆਦਾ ਨਹੀਂ ਚੱਲ ਸਕਦੇ ਮੰਮੀ ਡੈਡੀ ਜਿੱਦਾਂ ਦੂਰ ਹੈ ਨਾ, ਤਾਂ ਅਸੀਂ ਰਿਕੁਐਸਟ ਕੀਤੀ ਕਿ ਸਾਨੂੰ ਇੱਧਰ ਮਿਲ ਜਾਏ ਤੇ ਅੱਛਾ ਹੈ ਨਾ। ਤਾਂ ਸਾਨੂੰ ਰਿਕੁਐਸਟ ਕੇ ਫਿਰ ਮਿਲ ਗਿਆ ਕਮਰਾ। ਤੇ ਹੁਣ ਅੱਜ ਅਸੀਂ ਖਾਲੀ ਕਰਨਾ ਸੀ, ਫਿਰ ਅਸੀਂ ਰਿਕੁਐਸਟ ਕੀਤੀ ਕਿ ਇੱਕ ਦਿਨ ਸਾਨੂੰ ਹੋਰ ਰਹਿਣ ਦਿਓ, ਕੱਲ ਸਵੇਰ ਦੀ ਸਾਡੀ ਟ੍ਰੇਨ ਹੈ ਤਾਂ ਸਵੇਰੇ ਜਾਵਾਂਗੇ। ਤੇ ਵੀਰ ਜੀ ਨੇ ਫਿਰ ਇੱਧਰ ਜੋ ਮੇਨ ਹੈਗੇ ਉਹਨਾਂ ਨੇ ਹੈਲਪ ਕੀਤੀ ਤੇ ਸਾਨੂੰ ਇੱਕ ਦਿਨ ਲਈ
ਹੋਰ ਮਤਲਬ ਬੋਲਤਾ ਹੈ ਕਿ ਤੁਸੀਂ ਰਹਿ ਸਕਦੇ ਨੇ। ਮਤਲਬ ਹਾਂਜੀ। ਤੁਹਾਡੀ ਆਨਲਾਈਨ ਬੁਕਿੰਗ ਨਹੀਂ ਨਹੀਂ ਆਨਲਾਈਨ ਬੁਕਿੰਗ ਵੀ ਨਹੀਂ ਸੀ, ਕੋਈ ਜਾਣ ਪਹਿਚਾਣ। ਅਸੀਂ ਹਾਂਜੀ, ਸੋਚਿਆ ਅਸੀਂ ਕਿ booking ਨਹੀਂ ਵੈਸੇ ਕਰਾਈ ਮਿਲਦੇ ਆ ਕਮਰੇ। ਹਾਂ, ਅਸੀਂ ਨਹੀਂ ਸੋਚਿਆ ਕਿ ਇਦਾਂ ਭੀੜ ਭੜੱਕਾ ਜਾਂ ਅੱਜ ਵੀ ਅਸੀਂ ਉਹੀ ਵਾਹਿਗੁਰੂ ਤੇ ਛੱਡਤਾ ਸੀਗਾ ਕਿ ਦਰਸ਼ਨ ਕਰਨ ਆਏ ਆ, ਮਿਲ ਜਾਏਗਾ ਇੱਕ ਦਿਨ ਲਈ ਹੋਰ, ਤੇ ਬਾਬਾ ਜੀ ਨੇ ਸੁਣ ਲਈ ਤੇ ਇੱਕ ਦਿਨ ਦਾ ਹੋਰ ਮਿਲ ਗਿਆ ਸਾਨੂੰ, ਤੇ ਕੱਲ ਸਵੇਰੇ ਅਸੀਂ ਦਰਸ਼ਨ ਕਰਕੇ ਵਾਪਸ ਗਾਜ਼ੀਆਬਾਦ ਜਾਵਾਂਗੇ। ਹਾਂਜੀ, ਤੇ ਤੁਹਾਨੂੰ ਕੀ ਲੱਗਦਾ ਪੂਰੇ ਦਰਬਾਰ ਤੇ ਕਿੰਨੀ ਕੁ ਗਿਣਤੀ ਸੰਗਤ ਆਉਂਦੀ ਬਹੁਤ ਹੈ? ਸੰਗਤ ਬਹੁਤ ਸੰਗਤ ਇਸ ਵਾਰ। ਮੰਮੀ ਡੈਡੀ ਤੋਂ ਨਹੀਂ ਪਿੱਛੇ ਵੀ ਆਏ ਸੀ ਤਾਂ ਦੱਸ ਰਹੇ ਸੀ ਜਿੱਦਾਂ ਰਾਤੀ ਅਸੀਂ ਕੱਲ 1:30-2 ਵਜੇ ਚਲੇ ਗਏ ਸੀ, ਤੇ ਮੰਮੀ ਕਹਿ ਰਹੀ ਇੰਨੀ ਭੀੜ ਮਤਲਬ ਪਹਿਲਾਂ ਕਦੀ ਨਹੀਂ ਦੇਖੀ ਜਿੰਨੀ ਇਸ ਟਾਈਮ ਤੇ ਬਹੁਤ ਜ਼ਿਆਦਾ ਭੀੜ ਸੀਗੀ। ਤੇ ਬਾਅਦ ਦਰਸ਼ਨ ਅੱਛੇ ਹੋ ਗਏ ਪਾਲਕੀ ਸਾਹਿਬ ਦੇ, ਗੁਰੂ ਸਾਹਿਬ ਦੇ। ਹਾਂਜੀ, ਤੇ ਅੱਛਾ ਮਤਲਬ ਅਰੇਂਜਮੈਂਟ ਵੀ ਅੱਛਾ ਹੈਗਾ ਇੱਧਰ। ਮੇਰਾ ਨਾਮ ਵਿਜੇ ਕੁਮਾਰ ਹੈ, ਮੈਂ ਦਿੱਲੀ ਤੋਂ ਆਇਆ ਹੈਗਾ। ਜੀ ਕਦੋਂ ਆਏ ਸੀ ਤੁਸੀਂ? पन आप आए कब यहाँ पर? मैं कब आया? 21 तारीख को, मंडे को। मैंने 2 दिन की बुकिंग कराई थी, तो मतलब अपना 2 रात रुका हूँ मैं। आपने बुकिंग ऑनलाइन कराई थी और फ़ोन पे कराई थी? ना, मैंने ऑनलाइन करवाई थी। ऑनलाइन बुकिंग जी। कराई, ठीक है। तो आपको जब यहाँ पर पहुँचे आप सराय पे, तो कितनी देर में आपको रूम मिल गया? हार्डली 5 मिनट्स। 5 मिनट। और 5-7 मिनट्स, दैट्स ऑल। स्टाफ की तरफ से कोई आपको समस्या या कुछ है? नो प्रॉब्लम, बिल्कुल सारा कोई arrangement ठीक प्रॉब्लम, था? एब्सोल्युटली नो प्रॉब्लम। है, कोई प्रॉब्लम नहीं। ठीक। बहुत बढ़िया सिस्टम है, बहुत अच्छा है। जो भी लोग आते हैं, जिनकी बुकिंग हो जाती है, उनके लिए बहुत अच्छा है। इससे बेस्ट तो कोई नहीं सीधा। होटल में तो मैं रुका हूँ 2-3 बार, मतलब वहाँ पे तो कम से कम 3,000 to 4,000 रुपीज़ पे किया है। और यहाँ पर आपने कितना पे किया? 1,000 रुपीज़ पर डे, 1000 पर। पर रूम 1,000। यहाँ पर भी बहुत अच्छा रेट है, ठीक। कोई प्रॉब्लम नहीं। एब्सोल्युटली नो प्रॉब्लम। हम तो कहते हैं वाहिगुरु जी ऐसे और भी बहुत बन सी जाए। सराय बनाए, ताकि जिन लोगों को बुकिंग नहीं मिलती है, बिकॉज लिमिटेशंस तो होती हैं, तो ऐसी और अगर सराय होंगी तो बहुत लोगों को फ़ायदा होगा। कोई मेरे ख्याल से 1,000 कुछ भी नहीं। थ्रू आउट इंडिया हमने ऐसा नहीं देखा है। हम वैष्णो देवी भी रेगुलर जाते हैं, तो वहाँ पे रूम तो मिलता ही नहीं, अनलेस एंड अनटिल सी बात ना हो। तो वहाँ का जो रूम रेंट है वो भी ज़्यादा है यहाँ से। ठीक है। तो बाकी मतलब अपना बहुत अच्छा लगा। ये हमारा 3rd टाइम है यहाँ रुकने का। सारागढ़ी में? हाँ, 3rd टाइम। तो हर बार आप बुकिंग करा कर आते हैं पहले ही? हाँ, मोस्टली बुकिंग करवा के यार। हम तो बुकिंग करवा के ही आते हैं। रूम ਤੁਸੀਂ ਆਨਲਾਈਨ ਬੁੱਕ ਕਰਾਇਆ ਸੀ? ਨਹੀਂ ਭਾਜੀ, ਸਿੱਧਾ ਹੀ ਆਪਾਂ ਡਾਇਰੈਕਟ ਹੀ ਆਏ ਹਾਂ। ਤੇ ਤੁਸੀਂ ਹੁਣ ਤੁਹਾਨੂੰ ਰੂਮ ਮਿਲ ਗਿਆ? ਹਾਂਜੀ ਮਿਲ ਗਿਆ ਜੀ। ਕਿਸੇ ਤੋਂ ਫੋਨ ਕਰਾਇਆ ਹੈ? ਨਹੀਂ ਭਾਜੀ। ਪਹਿਲਾਂ ਵੀ ਆਉਂਦੇ ਰਹਿੰਦੇ ਹੋ? ਹਾਂਜੀ। ਲੋੜ ਪੈਂਦੀ ਹੈ ਪਹਿਲਾਂ ਵੀ ਫੋਨ ਕਰਾਉਣ ਦੀ? ਨਹੀਂ ਭਾਜੀ, ਨਹੀਂ ਮਿਲ ਹੀ ਜਾਂਦਾ ਤਕਰੀਬਨ। ਕਿਤੇ ਰਸ਼ ਹੋਵੇ ਸੰਗਤ ਦਾ ਫਿਰ ਕਿਤੇ ਹੋ ਜਾਂਦਾ, ਨਹੀਂ ਮਿਲਦਾ, ਨਹੀਂ ਤਾਂ ਤਕਰੀਬਨ ਮਿਲ ਹੀ ਜਾਂਦਾ ਜੀ। ਹਾਂਜੀ। ਕੋਈ ਹੋਰ ਸਮੱਸਿਆ ਤੁਹਾਨੂੰ ਸਰਾਂ ਦੇ ਵਿੱਚ ਨਹੀਂ ਆਉਂਦੀ? ਫਿਲਹਾਲ ਤਾਂ ਭਾਜੀ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕਿੱਥੋਂ ਆਏ ਹੋ? ਖੰਨੇ ਤੋਂ ਆਇਆ ਸੀ। ਅੱਛਾ, ਤੁਸੀਂ 5 ਜਣੇ? ਹਾਂਜੀ, ਠੀਕ। ਕਦੋਂ ਪਹੁੰਚੇ ਸੀਗੇ? ਅਸੀਂ ਅੱਜ ਹੀ ਪਹੁੰਚੇ ਸਵੇਰ ਕਿੰਨਾ ਕੁ ਟਾਈਮ? 9:30 ਵਜੇ ਆਏ ਸੀ। ਅੱਛਾ, ਹਾਂਜੀ। ਠੀਕ ਹੈ। ਤੇ ਕਮਰਾ ਉਦੋਂ ਨਹੀਂ ਮਿਲਿਆ ਤੁਹਾਨੂੰ 9:30 ਵਜੇ? ਨਹੀਂ, ਅਸੀਂ ਨਮਸਕਾਰ ਕਰਕੇ ਮਾਰਨ ਨੂੰ ਹੁਣੀ ਆਏ ਸੀ। ਅੱਛਾ। ਅੱਛਾ, ਹਾਂਜੀ ਹਾਂਜੀ। ਤੇ ਕੋਈ ਸਮੱਸਿਆ ਤਾਂ ਨਹੀਂ ਆਉਂਦੀ ਤੁਹਾਨੂੰ ਨਹੀਂ ਜੀ ਵੀ। ਕਮਰਾ ਮਿਲਣ ਦੀ? ਨਹੀਂ ਨਹੀਂ, ਅਸੀਂ ਪਹਿਲੀ ਵਾਰ ਹੀ ਰਹਿਣਾ ਵੀ ਜਿਹਦੇ ਰਹੇ ਨਹੀਂ ਕਹੇ ਸੀ। ਪਹਿਲੀ ਵਾਰ ਹੀ ਰਹਿਣਾ, ਨਹੀਂ ਤਾਂ ਨਮਸਕਾਰ ਕਰਕੇ ਚਲੇ ਜਾਂਦੇ ਆ। ਤੇ ਕਮਰਾ ਤੁਹਾਨੂੰ ਸੌਖਾ ਮਿਲ ਗਿਆ? ਹਾਂਜੀ ਹਾਂਜੀ, ਬਹੁਤ ਸੌਖਾ। ਹਾਂਜੀ। ਬਹੁਤ ਸੌਖਾ ਮਿਲ ਗਿਆ। ਹਾਂਜੀ ਹਾਂਜੀ, ਆਦੇ ਮਾਤਾ ਹਾਂ ਗੋਡੇ ਵਾਲੀਆਂ ਦੀ ਪਹਿਲੀ ਸੱਟੇ ਮਿਲ ਗਿਆ। ਹਾਂ, ਕਰਕੇ ਲੈਣਾ ਪਿਆ। ਹਾਂਜੀ। ਨਹੀਂ ਤਾਂ ਪਰਕਰਮਾ 'ਚ ਪੈ ਕੇ ਮੁੜ ਜਾਈਦਾ ਰਾਜੇ। ਪਹਿਲੀ ਵਾਰੇ ਲਿਆ, ਪਹਿਲੀ ਵਾਰੇ ਵਾਹਿਗੁਰੂ ਨੇ ਕਿਰਪਾ ਕਰਤੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਯਾਤਰੂਆਂ ਦੇ ਠਹਿਰਨ ਵਾਸਤੇ ਸਾਡੇ ਕੋਲ ਸਾਰੰਗੜੀ ਨਿਵਾਸ, ਮਾਤਾ ਗੰਗਾ ਜੀ ਨਿਵਾਸ, ਗੁਰੂ ਅਰਜਨ ਦੇਵ ਜੀ ਨਿਵਾਸ, ਬਾਬਾ ਦੀਪ ਸਿੰਘ ਜੀ ਨਿਵਾਸ, ਹਰਗੋਬਿੰਦ ਨਿਵਾਸ ਅਤੇ ਮਾਤਾ ਭਾਗ ਕੌਰ ਜੀ ਨਾਂ 'ਤੇ ਜੋ ਬੱਸ ਸਟੈਂਡ ਨੇੜੇ ਇਹ ਨਿਵਾਸ ਹਨ। ਇਹਨਾਂ ਸਾਰੇ ਨਿਵਾਸਾਂ ਦੇ ਟੋਟਲ ਕਮਰੇ ਤਕਰੀਬਨ 800 ਹਨ, ਜਿਹਦੇ ਵਿੱਚੋਂ 300 ਕਮਰੇ ਖਾਲੀ ਨਹੀਂ ਹੁੰਦੇ, 500 ਕਮਰੇ ਖਾਲੀ ਹੁੰਦੇ ਹਨ, ਜਾਂ ਕਈ ਵਾਰ 400 ਕਮਰੇ ਖਾਲੀ ਹੁੰਦੇ ਹਨ। ਉਹ ਸਾਰੀ ਲੱਖਾਂ ਦੀ ਸੰਗਤਾਂ ਜਿਹੜੀਆਂ ਦਰਸ਼ਨ ਕਰਨ ਵਾਸਤੇ ਉਨੀ ਤਾਦਾਦ 'ਚ ਆਉਂਦੀਆਂ ਹਨ,
ਸਿਰਫ ਉਹਨਾਂ ਸੰਗਤਾਂ ਨੂੰ ਹੀ ਦਿੱਤੇ ਜਾਂਦੇ ਨੇ, ਨਾ ਕਿਸੇ ਹੋਰ ਆਦਮੀ ਨੂੰ ਜਾਂ ਕਿਸੇ ਸਿਆਸਤਦਾਨ ਨੂੰ ਜਾਂ ਕਿਸੇ ਹੋਰ ਵੀ ਵਪਾਰੀ ਨੂੰ ਜਾਂ ਕਿਸੇ ਨੂੰ ਦਿੱਤੇ ਜਾਂਦੇ। ਜੋ ਗੁਰੂ ਘਰ 'ਚ ਸ਼ਰਧਾ ਲੈ ਕੇ ਆਉਂਦੇ ਹਨ ਉਹਨਾਂ ਨੂੰ ਹੀ ਇਹ ਕਮਰੇ ਦਿੱਤੇ ਜਾਂਦੇ ਹਨ। ਜਿਹੜਾ 300 ਕਮਰਾ ਤੁਸੀਂ ਕਹਿ ਰਹੇ ਹੋ ਵੀ ਖਾਲੀ ਨਹੀਂ ਹੁੰਦਾ, ਉਹ ਕਿਉਂ ਨਹੀਂ ਹੁੰਦਾ ਹੈਗਾ? ਕਿਉਂਕਿ ਜਿਹੜੀ ਅੱਜ ਸੰਗਤ ਹੈ ਕੋਈ 2 ਦਿਨ ਠਹਿਰਦੀ ਹੈ, ਕੋਈ 3 ਦਿਨ ਠਹਿਰਦੀ ਜੀ, ਉਹ ਇਸ ਕਰਕੇ ਫਿਰ ਉਹਨਾਂ ਨੂੰ ਕੋਈ ਕਮਰਾ ਨਹੀਂ ਲੈ ਜਾਂਦਾ, ਕੋਈ ਦੂਰੋਂ ਸੰਗਤ ਆਈ ਹੁੰਦੀ ਆ। ਵੈਸੇ ਤਾਂ 2 ਦਿਨ ਵਾਸਤੇ ਵੱਧ ਤੋਂ ਵੱਧ ਠਹਿਰਨ ਵਾਸਤੇ ਸੁਵਿਧਾ ਦਿੱਤੀ ਜਾਂਦੀ ਆ, ਪਰ ਜੇ ਕੋਈ ਵੱਧ ਵੀ ਰਹਿਣਾ ਚਾਹਵੇ ਤਾਂ ਉਹਦੇ ਸਮੇਂ ਨੂੰ ਵੇਖ ਕੇ ਉਹਨੂੰ ਹੋਰ ਵੀ ਰਹਿਣ ਦੇਣਾ ਚਾਹੀਦਾ, ਲੋੜ ਨੂੰ ਰੱਖ ਕੇ। ਕਿਉਂਕਿ ਜਿਹੜਾ ਸਵੇਰ ਤੋਂ ਆ ਕੇ ਸੰਗਤ ਬੈਠੀ ਹੁੰਦੀ ਆ, ਜਾਂ ਜੋ ਸਵੇਰੇ ਟਾਈਮ ਤੇ ਆ ਜਾਂਦੇ, ਜਾਂ ਜਿਹਨਾਂ ਸ੍ਰੀ ਖੰਪੜ ਸਾਹਿਬ ਹੁੰਦੇ ਹਨ, ਜਾਂ ਕੋਈ ਬਿਮਾਰ ਅਵਸਥਾ ਵਿੱਚ ਆਉਂਦੇ ਹਨ, ਜਾਂ ਜਿਨ੍ਹਾਂ ਨੇ ਆਨਲਾਈਨ ਕਮਰੇ ਬੁੱਕ ਕਰਨ, ਉਹਨਾਂ ਨੂੰ ਤਾਂ ਪਹਿਲ ਦੇਣੀ ਪਵੇਗੀ ਸਾਨੂੰ ਜੀ, ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਆ। ਬਾਕੀ ਹੁਣ ਇਹ ਜੋ ਘਟਨਾ ਕੱਲ੍ਹ ਰਾਤੀ ਵਾਪਰੀ ਇਹ ਕਹਿ ਰਿਹਾ ਜੋ ਫੇਸਬੁੱਕ ਤੇ ਵੀਰ ਹਾਜ਼ਰ ਹੋਇਆ ਹੈ, ਉਹ ਤਕਰੀਬਨ 9 ਵਜੇ ਹਾਜ਼ਰ ਹੋ ਰਿਹਾ ਹੈ, ਜਦ ਕਿ ਪੌਣੇ 8 ਵਜੇ ਸਾਰੇ ਕਮਰੇ ਹਾਜ਼ਰ ਇੱਥੇ ਤਕਰੀਬਨ ਲੱਗ ਚੁੱਕੇ ਸੀ। ਠੀਕ ਹੈ, ਦਿਖਾ ਸਕਦੇ ਹੋ? ਹਾਂਜੀ ਹਾਂਜੀ, ਅਸੀਂ ਇੰਟਰੀ ਦਿਖਾ ਸਕਦੇ ਹਾਂ ਆਪ ਜੀ ਨੂੰ ਜੀ, ਜਿਹਦੀ ਲਾਸਟ ਇੰਟਰੀ ਹੋਈ ਆ ਜਿਹੜੀ। ਤੇ ਹਾਂ ਜਿਹੜੇ ਆਨਲਾਈਨ ਆ ਉਹਦੇ ਭਾਵੇਂ ਵੇਖੋ ਜਿਹਨੇ ਆਨਲਾਈਨ ਕੀਤਾ ਉਹ 11 ਵਜੇ ਆ ਕੇ ਰੂਮ ਸਾਥੋਂ ਇਹ ਮੰਗੇਗਾ ਤਾਂ ਉਹ ਦੇਣਾ ਪਵੇਗਾ ਸਾਨੂੰ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਕੁਝ ਸੱਜਣਾ ਦੇ ਨਾਲ ਤੇ ਪ੍ਰਬੰਧਕਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਇਆ ਤੇ ਇਸ ਮਸਲੇ ਦੇ ਉੱਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜੋ ਬੀਤੀ ਰਾਤ 22 ਤਰੀਕ ਨੂੰ ਰਾਤ 9 ਵਜੇ ਇੱਕ ਸੱਜਣ ਨੇ ਆਪਣੇ YouTube ਫੇਸਬੁੱਕ ਚੈਨਲ ਤੋਂ ਲਾਈਵ ਹੋ ਕੇ ਕੂੜ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਕਿਸ ਪ੍ਰੋਪੇਗੈਂਡੇ ਤਹਿਤ ਕੀਤੀ ਸੀ ਇਹ ਤਾਂ ਉਹੀ ਜਾਣਦਾ, ਪਰ ਅੱਜ ਅਸੀਂ ਤੁਹਾਨੂੰ ਤਸਵੀਰ ਬਿਲਕੁਲ ਸਾਫ਼ ਕਰ ਦਿੱਤੀ ਹੈ। ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਈ ਹੈ ਜਿਨ੍ਹਾਂ ਨੂੰ ਅੱਜ ਕਮਰੇ ਦਿੱਤੇ ਜਾ ਰਹੇ ਨੇ, ਬਿਨਾਂ ਕਿਸੇ ਫੋਨ ਤੋਂ, ਬਿਨਾਂ ਕਿਸੇ ਸਿਫਾਰਿਸ਼ ਤੋਂ। ਜਾਂ ਤਾਂ ਉਹਨਾਂ ਦੀ ਬੁਕਿੰਗ ਹੈ ਜਾਂ ਪਹਿਲ ਦੇ ਆਧਾਰ ਤੇ ਜੇ ਕਮਰਾ ਖਾਲੀ ਹੈ ਤਾਂ ਉਹਨਾਂ ਨੂੰ ਦਿੱਤਾ ਜਾ ਰਿਹਾ। ਇਸ ਉੱਤੇ ਵੀ ਕੂੜ ਪ੍ਰਚਾਰ ਹੋ ਸਕਦਾ ਹੈ ਕਿ ਉਹ ਸੱਜਣ ਕਹਿਣ ਕਿ ਸਾਡੀ ਵੀਡੀਓ ਵਾਇਰਲ ਹੋ ਗਈ, ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਰ ਗਈ ਤੇ ਉਹ ਸੰਗਤ ਨੂੰ ਜਿਹੜੇ ਕਮਰੇ ਦੇ ਰਹੀ ਹੈ। ਇਸੇ ਕਰਕੇ ਅਸੀਂ ਉਹਨਾਂ ਨਾਲ ਵੀ ਤੁਹਾਨੂੰ ਰੂਬਰੂ ਕਰਵਾਇਆ ਜਿਨ੍ਹਾਂ ਨੂੰ ਕਮਰਾ ਮਿਲਿਆ 2 ਜਾਂ 3 ਦਿਨ ਹੋ ਚੁੱਕੇ ਨੇ। ਉਹਨਾਂ ਨੇ ਆਪਣੀ ਜ਼ੁਬਾਨੀ ਬਿਆਨ ਕੀਤਾ ਕਿ ਸਾਨੂੰ ਜਾਂ ਤਾਂ ਕਮਰਾ ਪਹਿਲਾਂ ਬੁਕਿੰਗ ਦੇ ਆਧਾਰ ਤੇ ਦਿੱਤਾ ਗਿਆ ਜਾਂ ਸਾਨੂੰ ਪਹਿਲ ਦੇ ਆਧਾਰ ਤੇ ਦਿੱਤਾ ਗਿਆ, ਕਿਸੇ ਵੱਲੋਂ ਵੀ ਜਿਹੜਾ ਫੋਨ ਨਹੀਂ ਕਰਾਇਆ ਗਿਆ। ਸੋ ਗੁਰਦੁਆਰਾ ਪ੍ਰਬੰਧ ਨੂੰ, ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਲਈ ਇੱਕ ਪ੍ਰੋਪੇਗੈਂਡਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ, ਉਸ ਤੋਂ ਸਾਨੂੰ ਬਚਣਾ ਚਾਹੀਦਾ ਹੈ। ਬੇਸ਼ੱਕ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹਰੇਕ ਸੰਗਤ ਨੂੰ ਕਮਰਾ ਨਹੀਂ ਦਿੱਤਾ ਜਾਂਦਾ। ਉਹ ਅਸੀਂ ਪਹਿਲਾਂ ਵੀ ਸ਼ੁਰੂਆਤ 'ਚ ਅਸੀਂ ਗੱਲ ਕੀਤੀ ਸੀ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦੀ ਹੈ, ਪਰ ਕਮਰੇ ਸਰਾਵਾਂ ਦੇ ਵਿੱਚ ਸਿਰਫ 800 ਜਾਂ 850 ਹੀ ਨੇ। ਸੋ 800 ਕਮਰਿਆਂ ਦੇ ਵਿੱਚ ਕਿੰਨੇ ਕੁ ਸੰਗਤ ਹੈ ਜਿਹੜੀ ਆਪਾਂ ਐਡਜਸਟ ਕਰ ਸਕਦੇ ਹਾਂ ਉਹ ਤੁਹਾਨੂੰ ਵੀ ਪਤਾ ਹੈ। ਸੋ ਇਸ ਕਰਕੇ ਗੁਰੂ ਰਾਮਦਾਸ ਸਰਾਂ ਹੈ, ਮੰਜੀਹਾਲ ਦੀਵਾਨ ਸਾਹਿਬ ਹੈ, ਉਸ ਦੇ ਬਾਹਰਲਾ ਪਾਸਾ ਹੈ, ਪ੍ਰਕਰਮਾ ਹੈ, ਗਲਿਆਰਾ ਹੈ, ਜਿੱਥੇ ਸੰਗਤ ਵਿਸ਼ਰਾਮ ਕਰ ਸਕਦੀ ਹੈ। ਤੇ ਆਪਾਂ ਸਾਰੇ, ਤੁਸੀਂ, ਮੈਂ, ਸਾਡੇ ਪਰਿਵਾਰ, ਅਸੀਂ ਵੀ ਪ੍ਰਕਰਮਾ ਦੇ ਵਿੱਚ ਆ ਕੇ ਜਿਹੜੇ ਰਾਤ ਬਤੀਤ ਕਰਦੇ ਰਹੇ ਹਾਂ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਰਹੇ ਹਾਂ।